Hello, Sakshi here, and I welcome you on your own channel मेहनती बच्चे। सो जिमें कि तुसी जानते हो अपनी हिस्ट्री दी सीरीज चल रही है। सो आज ਆਪਾਂ ਪਾਰਟ 4 डिस्कस करांगे हिस्ट्री ਦਾ। 3 ਪਾਰਟਸ ਆਲਰੇਡੀ डिस्कस हो चुके हैं ਜਿਹਦੇ ਵਿੱਚ बहुत इंपॉर्टेंट टॉपिक्स ਆਪਾਂ डिस्कस कर चुके हैं। सो ਜਿਹੜੇ भी स्टूडेंट्स ने फर्स्ट 3 पार्ट्स नहीं देखे ज़रूर देखो बिकॉज बहुत इंपॉर्टेंट है हिस्ट्री अगर किसी ने PPSC का कोई भी एग्जाम देना है। ओके सो ਜਿਹੜੇ ਵੀ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀਆਂ ਰਹਿਣ। ਸੋ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। ਅੱਜ ਦੇ ਲੈਕਚਰ 'ਚ ਮੇਨ ਜਿਹੜਾ ਆਪਾਂ ਟੌਪਿਕ ਡਿਸਕਸ ਕਰਾਂਗੇ ਉਹ ਹੈਗਾ ਰਿਵੋਲਟ of 1857. Okay, very important, this is very important incident. Okay, so first question discuss करते हैं। first question क्या है, रॉबर्ट क्लाइव was the first governor general of Bengal। the second fact है विलियम बेंटिक become first governor general of India in 1833। देखो ਰੋਬਰਟ ਕਲਾਈਵ ਦਾ ਤੇ ਗਵਰਨਰ ਜਨਰਲ ਆਫ ਬੰਗਾਲ ਥੋੜਾ ਜਿਹਾ ਆਪਾਂ ਡਿਸਕਸ ਕੀਤਾ ਸੀ ਨਾ ਅਗਰ ਯਾਦ ਹੋਵੇ ਤੁਹਾਨੂੰ। ਸੋ ਕੀ ਉੱਥੇ ਰੋਬਰਟ ਕਲਾਈਵ ਸੀ ਜਿਹੜਾ ਫਰਸਟ ਗਵਰਨਰ ਜਨਰਲ ਸੀ ਬੰਗਾਲ ਦਾ? ਨਹੀਂ, ਫਰਸਟ ਗਵਰਨਰ ਜਨਰਲ ਬੰਗਾਲ ਦਾ ਕੌਣ ਸੀ? ਵਾਰਨ हेस्टिंग। ओके सो ਜਿਹੜੀ ਫਰਸਟ ਸਟੇਟਮੈਂਟ ਹੈ ਉਹ ਗਲਤ ਹੈ। ਸੈਕੰਡ ਕੀ ਹੈ, ਵਿਲੀਅਮ ਬੈਂਟਿਕ ਬਿਕਮ ਫਰਸਟ ਗਵਰਨਰ ਜਨਰਲ ਆਫ ਇੰਡੀਆ। ਇਹ ਚੀਜ਼ ਠੀਕ ਹੈ ਕਿ ਜਿਹੜਾ ਵਿਲੀਅਮ ਬੈਂਟਿਕ ਹੈ ਉਹ ਫਰਸਟ ਗਵਰਨਰ ਜਨਰਲ ਸੀ ਇੰਡੀਆ ਦਾ। ओके हुण आपां ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਨਸਰ ਦੇਖੋ ਕਿ ਕਿਹੜੀ ਸਟੇਟਮੈਂਟ ਕਰੈਕਟ ਹੈ। ਸੋ ਬੀ ਆਨਸਰ ਹੈ। ਹੁਣ ਥੋੜਾ ਜਿਹਾ ਵਿਲੀਅਮ ਬੈਂਟਿਕ ਦੇ ਬਾਰੇ ਵੀ ਦੇਖ ਲੈਂਦੇ ਹਾਂ ਕਿਉਂਕਿ ਪੇਪਰ 'ਚ ਆ ਜਾਂਦਾ ਹੈ। ਸੋ ਵਿਲੀਅਮ ਬੈਂਟਿਕ ओके देखो ਜਿਹੜਾ ਵਿਲੀਅਮ ਬੈਂਟਿਕ ਹੈ ਸਭ ਤੋਂ ਇੰਪੋਰਟੈਂਟ ਚੀਜ਼ ਕੀ ਯਾਦ ਰੱਖਣੀ ਹੈ ਕਿ ਉਹ ਫਰਸਟ ਗਵਰਨਰ ਜਨਰਲ ਹੈ ਇੰਡੀਆ ਦਾ। ਫਰਸਟ ਗਵਰਨਰ ਜਨਰਲ of India। okay next विलियम बेंटिक ਨੂੰ ਇੱਕ ਨਾਮ ਤੋਂ ਜਾਣਿਆ ਜਾਂਦਾ ਹੈ ਉਹ ਕੀ ਹੈ? ਫਾਦਰ ਆਫ ਮਾਡਰਨ ਵੈਸਟਰਨ ਐਜੂਕੇਸ਼ਨ ਇਨ ਇੰਡੀਆ। ओके सो ये वाला फैक्ट भी याद रखना है। थर्ड है कि ਜਿਹੜਾ ਵਿਲੀਅਮ ਬੈਂਟਿਕ ਹੈ ਉਹਨੇ ਸਤੀ ਦੀ ਵੀ ਐਬੋਲੀਸ਼ਨ ਕਰਵਾਈ ਸੀ। ਐਬੋਲੀਸ਼ਨ ਆਫ ਸਤੀ। ਇਹ ਪੁੱਛ ਲੈਂਦੇ ਆ ਵੀ ਕਿਨੇ ਕਿਨੇ ਸਤੀ ਪ੍ਰਥਾ ਖਤਮ ਕਰਨ ਲਈ ਸਟੈਪਸ ਉਠਾਏ? ਵਿਲੀਅਮ ਬੈਂਟਿਕ ਨੇ ਵੀ ਉਠਾਈ ਸੀ। ओके ਨੈਕਸਟ ਇੰਪੋਰਟੈਂਟ ਫੈਕਟ ਹੈ ਕਿ ਇਹਨੇ ਬਹੁਤ ਇੰਪੋਰਟੈਂਟ ਰੋਲ ਨਿਭਾਇਆ ਸੀ ਠੱਗਸ ਨੂੰ ਸੁਪਰੈਸ ਕਰਨ ਦਾ। ਠੱਗਸ ਸੁਪਰੈਸ਼ਨ। ओके नैक्सट है ਜਿਹੜਾ ਵਿਲੀਅਮ ਬੈਂਟਿਕ ਹੈ ਉਹਨੇ ਫਸਟ ਮੈਡੀਕਲ ਕਾਲਜ ਖੁਲਵਾਇਆ ਕਿੱਥੇ? ਕੈਲਕਟਾ ਦੇ ਵਿੱਚ। ਫਸਟ ਮੈਡੀਕਲ ਕਾਲਜ ਕਿੱਥੇ? ਕੈਲਕਟਾ। देखो ईयर हर एक चीज़ का याद करने की जरूरत नहीं है, जिथे जिथे जरूरी है वो मैं तुहानू खुद ही दस दूंगी। ओके और तो बाद नैक्सट की है कि लॉर्ड विलियम बेंटिक सी जिन्हें की ट्रीटी ऑफ फ्रेंडशिप साइन की सी महाराजा रणजीत सिंह जी दे नाल। इन्हें की कीता सी? ट्रीटी ऑफ फ्रेंडशिप साइन की सी। ट्रीटी ऑफ फ्रेंडशिप विद महाराजा रणजीत सिंह जी। ओके लिख लियो इत्थे रणजीत सिंह जी नाल इन्हें ट्रीटी ऑफ फ्रेंडशिप साइन की सी। ओके मेन जिहड़ी चीज़ां ने विलियम बेंटिक दे बारे वो यही ने, इन्हां नूं नहीं भुलना। बाकी होर तुसीं जिथों भी पढ़ रहे हो उत्थों होर चीज़ां भी पढ़ लिओ, ये तो याद रखने ही रखनियां ने। ओके सो हुण आपां स्टार्ट करदे हां अपना अज दा टॉपिक। पहला क्वेश्चन दिखा दिंदी हां तुहानूं कि किस तरीके दे पुछे जांदे आ। सब तो पहला देखो इस पूछा गया कि कौन है जिहड़ा 1857 दे नाल रिलेटेड है। और तो बाद ये टॉपिक ते ही नैक्सट क्वेश्चन अपने कोल देख लैंदे आ। ਇਹਦੇ ਵਿੱਚ क्या है कि मेन कॉज की सी सिपाही म्यूटनी ਦਾ। ओके नैक्सट क्वेश्चन है कि ਜਿਹੜਾ कुंवर सिंह सी ਉਹ ਕਿੱਥੇ ਦਾ ਰਿਵੋल्ट सी? 1857 ਰਿਵੋल्ट ਦੇ ਵਿੱਚ। ਉਹ ਲੀਡਰ ਕਿੱਥੇ ਦਾ ਸੀ? ਸੌਰੀ ਰਿਵੋल्ट नहीं लीडर ਕਿਹੜੀ प्लेस तो लीडर सी। ओके
ਤੇ ਨੈਕਸਟ ਆਪਣੇ ਕੋਲ ਕੁਐਸਚਨ ਇਹਦੇ ਉੱਪਰ ਹੈਗਾ ਕਿ ਕੁਝ ਇੱਥੇ ਲੀਡਰਸ ਦੇ ਨਾਮ ਦਿੱਤੇ ਹੋਏ ਤੇ ਉਹਨਾਂ ਦੇ ਪਲੇਸ ਦੱਸਣੀ ਹੈ ਜਿੱਥੋਂ ਲੜੇ ਸੀ। ਓਕੇ, ਸੋ ਟੌਪਿਕ ਡਿਸਕਸ ਕਰਦੇ ਹਾਂ, ਬਹੁਤ ਹੀ ਇੰਪॉर्टेंट टॉपिक है। ओके, रिवोल्ट ऑफ 1857। 1857 ਦੇ ਰਿਵੋਲਟ ਨੂੰ ਹੋਰ ਕਿਸ ਕਿਸ ਨਾਮ ਤੋਂ ਜਾਣਿਆ ਜਾਂਦਾ ਹੈ ਇਹ ਵੀ ਪਤਾ ਹੋਣਾ ਚਾਹੀਦਾ ਹੈ। ਰਿਵੋਲਟ ਆਫ 1857 ਬੋਲ ਲੋ ਜਾਂ ਇਹਨੂੰ ਫਸਟ ਵਾਰ ਆਫ ਇੰਡੀਪੈਂਡੈਂਸ ਵੀ ਬੋਲਿਆ ਜਾਂਦਾ ਹੈ। ਅਦਰ ਨੇਮਸ ਕੀ ਹੈ? ਫਸਟ ਵਾਰ ਆਫ ਇੰਡੀਪੈਂਡੈਂਸ, ठीक है। फर्स्ट वॉर ऑफ इंडिपेंडेंस रिवोल्ट ऑफ 1857 ਨੂੰ ਕਿਨੇ ਕਿਹਾ ਸੀ? VD ਸਰਵਕਾਰ। ओके, या फिर रिवोल्ट ऑफ 1857 ਦਾ ਇੱਕ ਹੋਰ ਨਾਮ ਹੈ, ਉਹ ਕੀ ਹੈ? ਸਿਪੋਏ म्यूटिनी। ਇਹ ਮੈਲਿਸਨ ਨੇ ਉਪਾਧੀ ਦਿੱਤੀ ਸੀ, ठीक है। सिपॉय म्यूटिनी रिवोल्ट ऑफ 1857 ਨੂੰ ਮੈਲਿਸਨ। ਇਹਨਾਂ ਦੋਨਾਂ ਦਾ ਯਾਦ ਰੱਖਣਾ ਹੈ, ਜਿਵੇਂ PCS ਵਗੈਰਾ ਚ ਇਹ ਚੀਜ਼ਾਂ ਪੁੱਛ ਲੈਂਦੇ ਨੇ। ਓਕੇ, ਸੋ ਹੁਣ ਨੈਕਸਟ ਦੇਖੋ, ਹੁਣ ਰਿਵੋਲਟ ਆਫ 1857 ਦੀ ਆਪਾਂ ਗੱਲ ਕਰ ਰਹੇ ਹਾਂ, ਠੀਕ ਹੈ। ਕ੍ਰਾਂਤੀ 1857 ਦੀ ਕ੍ਰਾਂਤੀ ਦੀ ਗੱਲ ਕਰ ਰਹੇ ਹਾਂ। ਹੁਣੇ ਹੋਈ ਕੀ, ਐਸੇ ਕੀ ਚੀਜ਼ਾਂ ਹੋਈਆਂ ਜਿਹਦੇ ਕਾਰਨ 1857 ਦੇ ਵਿੱਚ ਰਿਵੋਲਟ ਹੋ ਗਿਆ। ਦੇਖੋ, ਆਪਾਂ ਪਿਛਲੇ ਲੈਕਚਰ ਚ ਕੀ ਪੜਿਆ ਕਿ 1757 ਦੇ ਵਿੱਚ ਕੀ ਹੋਈ ਸੀ? ਬੈਟਲ ਆਫ ਪਲਾਸੀ। ਤੇ ਬੈਟਲ ਆਫ ਪਲਾਸੀ ਚ ਕੀ ਹੋਇਆ? ਇਹਨਾਂ ਦੇ ਹੱਥ ਚ ਬੰਗਾਲ ਲੱਗ ਗਿਆ। ਜਦੋਂ ਇਹਨਾਂ ਨੂੰ ਬੰਗਾਲ ਮਿਲ ਗਿਆ, ठीक है, जो कि इन्हां लई बहुत ही स्ट्रोंग बेस की तरह साबित होया ते इहदे बलबूते ते ही इन्हां ने हौली हौली पूरे इंडिया नूं अपने कब्जे च लै लिया। सो 1757 तो 1857 तक आंदे आंदे कोई भी बंदा, चाहे वह लाइफ के किसी भी स्फीयर दे नाल रिलेटेड होवे, और लोग जेडे ने इंडियंस जेडे सी वो दुखी होना स्टार्ट हो गए ब्रिटिशर्स तो। ओके, हुण कुछ कॉजेस पढ़ते हैं कि ऐसे की कारण रहे कि लोग इन्ने दुखी आ गए कि फाइनली 1857 दे विच क्रांति आ गई, ठीक है। सो हुण कॉजेस पढ़ते हैं। सब तो पहला कि रिवोल्ट है जिहड़ा होया क्यों, ठीक है। कॉजेस, सब तो पहला अगर आपां कॉज की गल करिए ਉਹ ਕੀ ਸੀ? ਸਭ ਤੋਂ ਪਹਿਲਾਂ ਚਲੋ ਆਪਾਂ ਗੱਲ ਕਰਦੇ ਹਾਂ ਇਕਨੋਮਿਕ ਕਾਜ਼ਸ ਦੀ। ਇਕਨੋਮਿਕ ਕਾਜ਼ਸ ਕੀ ਸੀ? ਕਿਉਂਕਿ ਅੰਗਰੇਜ਼ ਬਹੁਤ ਜ਼ਿਆਦਾ ਟੈਕਸ ਲਗਾਉਂਦੇ ਸੀ, ਤਾਂ ਉਹ ਟੈਕਸ ਲਗਾਉਣ ਕਰਕੇ ਜਿਹੜੇ ਵੀ ਲੋਕ ਹੈਂਡੀਕ੍ਰਾਫਟ ਇੰਡਸਟਰੀ ਨੂੰ ਬਿਲੋਂਗ ਕਰਦੇ ਸੀ, ਜਾਂ ਤੁਸੀਂ ਕਹਿ ਸਕਦੇ ਹੋ ਜਿਹੜੇ ਹੈਂਡੀਕ੍ਰਾਫਟ ਸੀ, ਓਕੇ, ਜਾਂ ਫਿਰ ਪੀਜ਼ੈਂਟ ਸੀ, ਆਰਟੀਜ਼ਨ ਸੀ, ਜਾਂ ਛੋਟੇ ਛੋਟੇ ਜ਼ਮੀਨਦਾਰ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ। ਕਿਉਂਕਿ ਆਪਾਂ ਨੇ ਪੜ੍ਹਿਆ ਸੀ ਨਾ ਪਰਮਾਨੈਂਟ ਸੈਟਲਮੈਂਟ ਦੇ ਵਿੱਚ ਵੀ कि ਜਿਹੜੇ ਅੰਗਰੇਜ਼ ਸੀ, ਪਰਮਾਨੈਂਟ ਸੈਟਲਮੈਂਟ ਐਕਟ ਦੇ ਵਿੱਚ ਕੀ ਸੀ? ਜ਼ਮੀਨਦਾਰ ਨੂੰ ਪੈਸੇ ਦੇਣੇ ਪੈਂਦੇ ਸੀ, ਰੈਵਨਿਊ ਦੇਣਾ ਪੈਂਦਾ ਸੀ ਅੰਗਰੇਜ਼ਾਂ ਨੂੰ। ਅਗਰ ਉਹ ਨਹੀਂ ਦੇ ਪਾਉਂਦੇ ਸੀ ਤਾਂ ਫਾਈਨਲੀ ਕੀ ਹੁੰਦਾ ਸੀ? ਉਹਨਾਂ ਨੂੰ ਆਪਣਾ ਲੈਂਡ ਹੀ ਅੰਗਰੇਜ਼ਾਂ ਨੂੰ ਦੇਣਾ ਪੈ ਜਾਂਦਾ ਸੀ। ਓਕੇ, ਸੋ ਜ਼ਮੀਨਦਾਰੀ ਸਿਸਟਮ ਕਰਕੇ ਜ਼ਮੀਨਦਾਰ ਵੀ ਪਰੇਸ਼ਾਨ ਸੀ, ਪੀਜ਼ੈਂਟਸ ਤਾਂ ਹੈਗੇ ਸੀ। ਉਹ ਤੋਂ ਬਾਅਦ ਕਿ ਫੇਮਾਈਨਸ ਬਹੁਤ ਜ਼ਿਆਦਾ ਆਏ ਸੀ। ਅਗਰ ਤੁਹਾਨੂੰ ਪਤਾ ਹੋਵੇ ਕਿ ਬੰਗਾਲ ਦੇ ਵਿੱਚ ਫੇਮਾਈਨਸ ਵੀ ਬਹੁਤ ਜ਼ਿਆਦਾ ਆ ਗਏ ਸੀ। ਫੇਮਾਈਨਸ ਹੋਣ ਕਰਕੇ ਇੱਕ ਤਾਂ ਬਹੁਤ ਸਾਰੇ ਲੋਕਾਂ ਦੀ ਡੈਥ ਹੋ ਗਈ ਸੀ, बाकी की है बहुत सारी फसलां खराब हो गई सी, ठीक है। तो ਜਿਹੜੇ ਪੀਜ਼ੈਂਟ ਸੀ, ਜ਼ਮੀਨਦਾਰ ਸੀ, ऐसी हालत च ही नहीं सी कि वो टैक्सेस ਨੂੰ पे कर सकन। सो ਜਿਹੜਾ इकनॉमिक कारण ਸੀ ਉਹ ਕੀ ਸੀ? ਇਹਨਾਂ ਦਾ टैक्स लगाना। ਉਹ ਤੋਂ ਬਾਅਦ अगर ਆਪਾਂ नैक्सट गल करिए पॉलिटिकल फैक्टर ਦੀ, ਉਹ ਕੀ ਸੀ? देखो, ਹੁਣ ਆਪਾਂ पढ़िया ही है कि डॉक्ट्रिन ऑफ लैप्स ਇਹਨਾਂ ਨੇ इंट्रोड्यूस किया, सबसिडरी अलायंस कर लेंदे सी, ठीक है, अलग अलग राज्यों नाल ब्रिटिशर्स। तो ਇਹਦੇ ਨਾਲ ਵੀ ਅਲਟੀਮੇਟਲੀ ਕੀ ਸੀ? ਜਦੋਂ ਇਹ ਡਾਕਟ੍ਰਿਨ ਆਫ ਫਲੈਪਸ ਨਾਲ ਜਾਂ ਸਬਸਿਡਰੀ ਅਲਾਈਅੰਸ ਨਾਲ ਕਿਸੇ ਰਾਜ ਨੂੰ ਐਨੈਕਸ ਕਰਦੇ ਸੀ ਤਾਂ ਇੱਕ ਤਰੀਕੇ ਨਾਲ ਹੁਕਮ ਤਾਂ ਇਹਨਾਂ ਦਾ ਹੀ, ਉੱਥੇ ਰਾਜੇ ਜਿਹੜੇ ਸੀ ਉਹ ਪਪੇਟ ਦੀ ਤਰ੍ਹਾਂ ਐਕਟ ਕਰਦੇ ਸੀ, ਠੀਕ ਹੈ। ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਦੇ ਅਤਿਆਚਾਰ ਸਹਿਣੇ ਪੈਂਦੇ ਸੀ, ਕਦੇ ਵੀ ਮੁਆਵਜ਼ਾ ਮੰਗ ਲੈਂਦੇ ਸੀ ਇਹ, ਠੀਕ ਹੈ। ਮੀਰ ਜ਼ਫਰ ਨੇ ਇਹਨਾਂ ਦੀ ਹੈਲਪ ਕੀਤੀ, ਬਟ ਫਿਰ ਵੀ ਅੰਗਰੇਜ਼ਾਂ ਨੇ ਕੀ ਕੀਤਾ? ਮੀਰ ਜ਼ਫਰ ਨੂੰ ਇਹ ਕਿਹਾ ਕਿ ਤੈਨੂੰ ਕੰਪਨਸੇਸ਼ਨ ਦੇਣੀ ਪਊਗੀ ਕਿ ਤੂੰ ਸਾਡੇ ਖਿਲਾਫ ਰਿਵੋਲਟ ਛੇੜੀ। ਓਕੇ, ਮਤਲਬ ਬਹੁਤ ਜ਼ਿਆਦਾ ਇਹ ਤੰਗ ਕਰਦੇ ਸੀ ਰਾਜਿਆਂ ਨੂੰ ਵੀ। ਸੋ ਜਿਹੜਾ ਮੇਨ ਇਨਸੀਡੈਂਟ ਸੀਗਾ ਉਹ ਕੀ ਸੀਗਾ ਕਿ ਨਾਨਾ ਸਾਹਿਬ ਸੀ, ਨਾਨਾ ਸਾਹਿਬ
ਜਿਹੜੇ ਨਾਨਾ ਸਾਹਿਬ ਸੀ ਨਾ ਉਹਨਾਂ ਨੂੰ ਅੰਗਰੇਜ਼ਾਂ ਨੇ ਪੈਨਸ਼ਨ ਦੇਣ ਤੋਂ ਮਨਾ ਕਰਤਾ ਸੀ। ਨਾਨਾ ਸਾਹਿਬ ਕੌਣ ਸੀ? ਇਹ ਅਡਾਪਟਡ ਸਨ ਸੀ ਪੇਸ਼ਵਾ ਬਾਜੀਰਾਓ II ਦੇ, ਅਡਾਪਟਡ ਸਨ ਆਫ ਪੇਸ਼ਵਾ ਬਾਜੀਰਾਓ II, ਠੀਕ ਹੈ। ਉਹਨਾਂ ਦੇ ਅਡਾਪਟਡ ਸਨ ਸੀ ਤੇ ਨਾਨਾ ਸਾਹਿਬ ਨੂੰ, ਕਿਉਂਕਿ ਅਡਾਪਟਡ ਸਨ ਸੀ ਸੋ ਜੋ ਡਾਕਟ੍ਰਿਨ ਆਫ ਲੈਪਸ ਆ ਗਈ, ਉਹ ਤੋਂ ਬਾਅਦ ਨਾਨਾ ਸਾਹਿਬ ਨੂੰ ਅੰਗਰੇਜ਼ਾਂ ਨੇ ਕੀ ਕਿਹਾ ਕਿ ਅਸੀਂ ਤੁਹਾਨੂੰ ਪੈਨਸ਼ਨ ਨਹੀਂ ਦਵਾਂਗੇ। ਸੋ ਇਸ ਕਾਰਨ ਜਿਹੜੇ ਨਾਨਾ ਸਾਹਿਬ ਸੀ ਉਹ ਵੀ ਰਿਵੋਲਟ ਦੇ ਵਿੱਚ ਪਾਰਟਿਸਿਪੇਟ ਕਰਨਗੇ। ਕਿੱਥੋਂ ਕਰਨਗੇ? ਇਹ ਕਰਨਗੇ ਕਾਨਪੁਰ ਤੋਂ। ਓਕੇ, ਸਿਮਿਲਰਲੀ ਜਿਵੇਂ ਆਪਾਂ ਨੇ ਪੜਿਆ ਸੀ ਡਾਕਟ੍ਰਿਨ ਆਫ ਲੈਪਸ ਚ ਝਾਂਸੀ ਵੀ ਇਹਨਾਂ ਨੇ ਆਪਣੇ ਅੰਡਰ ਕੀਤੀ ਸੀ। ਝਾਂਸੀ ਦੇ ਵਿੱਚ ਕੀ ਸੀ? ਰਾਣੀ ਲక్ష్ਮੀ ਬਾਈ ਤੇ ਉਹਨਾਂ ਦੇ ਜਿਹੜੇ ਹਸਬੈਂਡ ਸੀ ਰਾਜਾ ਗੰਗਾਧਰ ਰਾਓ, ਉਹਨਾਂ ਦਾ ਕੋਈ ਆਪਣਾ ਸੰਤਾਨ ਨਹੀਂ ਸੀ ਸੋ ਉਹਨਾਂ ਨੇ ਅਡਾਪਟ ਕੀਤਾ ਸੀ। ਕਿਉਂਕਿ ਉਹਨਾਂ ਨੇ ਅਡਾਪਟ ਕੀਤਾ ਬੇਟਾ ਤਾਂ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਝਾਂਸੀ ਨੂੰ ਵੀ ਡਾਕਟ੍ਰਿਨ ਆਫ ਲੈਪਸ ਦੇ ਨਾਲ ਐਨੈਕਸ ਕਰ ਦਿੱਤਾ ਸੀ। ਓਕੇ, ਸੋ ਝਾਂਸੀ ਵੀ ਆ ਗਿਆ ਪੋਲੀਟੀਕਲ ਰੀਜ਼ਨ ਦੀ ਵਜ੍ਹਾ ਤੋਂ ਰਿਵੋਲਟ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ। ਓਕੇ, ਸੋ ਇਹ ਸੀ ਪੋਲੀਟੀਕਲ ਐਸਪੈਕਟਸ। ਹੁਣ ਆਪਾਂ ਕੁਝ ਦੇਖਦੇ ਹਾਂ ਰਿਲੀਜੀਅਸ ਐਸਪੈਕਟਸ। ਰਿਲੀਜੀਅਸ ਐਸਪੈਕਟਸ ਕੀ ਸੀ? ਦੇਖੋ, ਇੱਕ ਤਾਂ ਜਿਹੜੇ ਅੰਗਰੇਜ਼ ਸੀ, ਜਿਵੇਂ ਹੁਣ ਆਪਾਂ ਗਵਰਨਰ ਜਨਰਲ ਚ ਵੀ ਪੜਿਆ ਕਿ ਉਹ ਕੀ ਕਰਦੇ ਸੀ, ਕੁਝ ਐਂਟੀ ਸਤੀ ਐਕਟਸ ਪਾਸ ਕਰ ਰਹੇ ਸੀ, ਠੀਕ ਹੈ। ਸਤੀ ਦੀ ਐਬੋਲੀਸ਼ਨ ਲਈ ਸਟੈਪਸ ਉਠਾ ਰਹੇ ਸੀ, ਮਤਲਬ ਐਂਟੀ ਸਤੀ ਐਕਟਸ ਹੋ ਗਏ, ਜਾਂ ਫਿਰ ਵਿਡੋ ਰੀਮੈਰਿਜ ਐਕਟ ਕਿ ਦੁਬਾਰਾ ਤੋਂ ਜਿਹੜੇ ਵਿਡੋਜ਼ ਆ ਉਹਨਾਂ ਦੀ ਦੁਬਾਰਾ ਤੋਂ ਸ਼ਾਦੀ ਹੋ ਜਾਏ, ਉਹਦੇ ਲਈ ਵੀ ਐਕਟਸ ਲੈ ਕੇ ਆ ਰਹੇ ਸੀ, ਠੀਕ ਹੈ। ਜਿਹੜੀ ਇਹ ਚੀਜ਼ਾਂ ਸੀ ਇਹ ਆਰਥੋਡਾਕਸ ਹਿੰਦੂਜ਼, ਮਤਲਬ ਜਿਹੜੇ ਕੁਝ ਕੱਟੜ ਹਿੰਦੂਜ਼ ਹੁੰਦੇ ਆ ਨਾ, ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆ ਰਹੀਆਂ ਸੀ ਕਿ ਜੋ ਇਹ ਕਰ ਰਹੇ ਆ ਇਹ ਚੀਜ਼ਾਂ ਤਾਂ ਸਾਡੇ ਟ੍ਰੈਡੀਸ਼ਨ ਦੇ ਖਿਲਾਫ ਹੈ। ਕਿਉਂਕਿ ਇਹ ਜਿਹੜੀ ਚੀਜ਼ਾਂ ਨੇ ਕਿ ਸਤੀ ਪ੍ਰਥਾ ਹੋ ਗਈ, ਕਿ ਵਿਡੋ ਦਾ ਮੈਰਿਜ ਨਾ ਕਰਨਾ, ਠੀਕ ਹੈ, ਇਹ ਸਭ ਚੀਜ਼ਾਂ ਜਿਹੜੀਆਂ ਸੀ ਉਹ ਬਹੁਤ ਹੀ ਪੁਰਾਣੇ ਸਮੇਂ ਤੋਂ ਐਜ਼ ਅ ਟ੍ਰੈਡੀਸ਼ਨ ਚੱਲਦੀਆਂ ਆ ਰਹੀਆਂ ਸੀ। ਸੋ ਇੱਕ ਤਾਂ ਲੋਕਾਂ ਨੂੰ ਇਹ ਚੀਜ਼ ਨਹੀਂ ਪਸੰਦ ਆ ਰਹੀ ਸੀ। ਸੋ ਰਿਲੀਜੀਅਸ ਕਾਰਨ ਇਹ ਬਣਿਆ। ਤੇ ਇੱਕ ਹੋਰ ਕਾਰਨ ਹੈ ਰਿਲੀਜੀਅਸ ਜੋ ਕਿ ਮੇਨ ਫੈਕਟਰ ਸੀ ਰਿਵੋਲਟ ਆਫ 1857 ਦਾ, ਉਹਨੂੰ ਮੈਂ ਰਿਲੀਜੀਅਸ ਤੇ ਮਿਲਟਰੀ ਦਾ ਮਿਕਸਚਰ ਬੋਲੂੰਗੀ, ਉਹ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਮਿਲਟਰੀ ਰੀਜ਼ਨਸ ਕੀ ਬਣੇ। ਇੱਕ ਤਾਂ ਜਿਹੜੇ ਤਾਂ ਯੂਰਪੀਅਨ ਸੀ, ਜਿਹੜੇ ਯੂਰਪੀਅਨ ਸੋਲਜਰ ਸੀ ਬ੍ਰਿਟਿਸ਼ਰਸ, ਉਹਨਾਂ ਨੂੰ ਤਾਂ ਬਹੁਤ ਫੈਸਿਲਿਟੀਜ਼ ਦਿੰਦੇ ਸੀ, ਬਟ ਜਿਹੜੇ ਇੰਡੀਅਨ ਸੋਲਜਰ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਬੁਰੀ ਕੰਡੀਸ਼ਨ 'ਚ ਰੱਖਿਆ ਜਾਂਦਾ ਸੀ, ਬਹੁਤ ਬੁਰੇ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਸੀ, ਠੀਕ ਹੈ। ਉਹਨਾਂ ਨੂੰ ਜਿਹੜੀ ਸੈਲਰੀ ਹੈ ਉਹ ਵੀ ਇਕੁਅਲ ਨਹੀਂ ਦਿੱਤੀ ਜਾਂਦੀ ਸੀ, ਮਤਲਬ ਯੂਰਪੀਅਨਸ ਨੂੰ ਜ਼ਿਆਦਾ ਦਿੱਤੀ ਜਾਂਦੀ ਸੀ, ਜਿਹੜੇ ਇੰਡੀਅਨ ਸੋਲਜਰ ਸੀ ਉਹਨਾਂ ਨੂੰ ਘੱਟ ਸੈਲਰੀ ਦਿੱਤੀ ਜਾਂਦੀ ਸੀ। ਓਕੇ, ਇਹ ਤਾਂ ਹੋਏ ਕੁਝ ਕਾਜ਼ਸ ਜਿਹੜੇ ਕਿ ਰਿਸਪੌਂਸਿਬਲ ਸੀ ਕਿਤੇ ਨਾ ਕਿਤੇ 1857 ਦੇ ਰਿਵੋਲਟ ਦੇ ਨਾਲ। ਬਟ ਹੁਣ ਆਪਾਂ ਗੱਲ ਕਰਦੇ ਹਾਂ ਮੇਨ ਕਾਰਨ ਦੀ। ਮੇਨ ਰੀਜ਼ਨ ਕੀ ਸੀ ਜਿਹਦੇ ਕਰਕੇ ਜਿਹੜਾ ਰਿਵੋਲਟ ਆਫ 1857 ਹੈ ਉਹ ਛਿੜ ਗਿਆ। ਓਕੇ, ਉਹ ਸੀਗਾ ਆਪਣੇ ਕੋਲ ਜਿਹੜਾ ਮੇਨ ਕਾਜ਼ ਹੈ ਉਹ ਸੀ ਯੂਜ਼ ਆਫ cartridges made from cow and pig fat in new Enfield rifle। देखो, ਜਿਹੜੀ ਨਿਊ ਇਨਫੀਲਡ ਰਾਈਫਲਸ ਬ੍ਰਿਟਿਸ਼ਰਸ ਲੈ ਕੇ ਆਏ, ਇਹਦੇ ਵਿੱਚ ਬੇਸਿਕਲੀ ਕੀ ਹੁੰਦਾ ਸੀ ਕਿ ਜਿਹੜੀ ਕਾਰਤੂਸ ਸੀ ਨਾ ਉਹ ਪਹਿਲਾਂ ਉਹਨਾਂ ਨੂੰ ਮਤਲਬ ਚਬਾਣੀ ਪੈਂਦੀ ਸੀ ਦਮ ਦੇ ਨਾਲ, ਠੀਕ ਹੈ, ਤਾਂ ਕਿ ਉਹ ਗਨ ਨੂੰ ਲੋਡ ਕਰ ਸਕਣ। ਤਾਂ ਜਿਹੜੀ ਇਨਫੀਲਡ ਰਾਈਫਲ ਸੀ ਉਹਦੇ ਵਿੱਚ ਜਿਹੜੀ ਕਾਰਟਿਲੇਜਸ ਸੀਗੀਆਂ ਉਹ ਕਿਹਦੀਆਂ ਬਣੀਆਂ ਹੁੰਦੀਆਂ ਸੀ? ਕਾਓ ਜਾਂ ਪਿਗ ਦੇ ਫੈਟ ਦੇ ਨਾਲ। ਹੁਣ ਅਗਰ ਕਾਓ ਜਾਂ ਪਿਗ ਦੇ ਫੈਟ ਨਾਲ ਬਣੀਆਂ ਹੋਈਆਂ ਨੇ ਤਾਂ ਇਹ ਜਿਹੜੀ ਚੀਜ਼ ਹੈ, ਕਿਉਂਕਿ ਉਹਨਾਂ ਨੂੰ ਮੂੰਹ ਨਾਲ ਉਹ ਚੀਜ਼ ਨੂੰ ਟੱਚ ਕਰਨਾ ਪੈਂਦਾ ਸੀ, ਠੀਕ ਹੈ, ਤਾਂ ਇਹ ਜਿਹੜੀ ਚੀਜ਼ ਹੈ ਉਹ ਹਿੰਦੂ ਐਂਡ ਮੁਸਲਿਮ ਕਮਿਊਨਿਟੀ ਦੇ ਜਿਹੜੇ ਸੋਲਜਰ ਸੀ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆ ਰਹੀ ਸੀ। ਜਿਹੜੀ ਇਹ ਚੀਜ਼ ਸੀ ਇੰਨੀ ਜ਼ਿਆਦਾ ਆਫੈਂਸਿਵ ਹੋ ਗਈ ਕਿ ਰਿਵੋਲਟ ਹੋ ਗਿਆ 1857 ਦਾ। ਓਕੇ, ਹੁਣ ਦੇਖੋ ਜਦੋਂ ਇਨਫੀਲਡ ਰਾਈਫਲਸ ਦੇ ਵਿੱਚ ਉਹਨਾਂ ਨੇ ਕਾਰਟਿਲੇਜਸ ਜੋ ਕਿ ਕਾਓ ਤੇ ਪਿਗ ਦੇ ਫੈਟ ਨਾਲ ਬਣੀ ਹੋਈ ਸੀ ਉਹ ਯੂਜ਼ ਕਰਨੀ ਸਟਾਰਟ ਕਰਤੀ ਤਾਂ 1857 ਦਾ ਰਿਵੋਲਟ ਹੋਇਆ। ਇਹ ਜ਼ਰੂਰ ਹੈ, ਪਰ ਉਹ ਤੋਂ ਵੀ ਪਹਿਲਾਂ 2-3 ਇਨਸੀਡੈਂਟਸ ਹੋਏ ਸੀ ਜਿਨ੍ਹਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜਦੋਂ ਹੀ ਅੰਗਰੇਜ਼ਾਂ ਨੇ ਇਹ ਚੀਜ਼ ਨੂੰ ਇੰਟਰੋਡਿਊਸ ਕੀਤਾ ਉਸ ਟਾਈਮ ਤੇ 9th ਨੇਟਿਵ ਇਨਫੈਂਟਰੀ ਕਿੱਥੇ? ਐਟ ਬਹਿਰਮਪੁਰ,
ठीक है। 9th नेटिव इन्फेंट्री जो कि बहरमपुर ਦੇ ਵਿੱਚ ਸੀ, ਉਹਨਾਂ ਨੇ ਮਨਾ ਕਰਤਾ ਕਿ ਅਸੀਂ ਇਹ ਵਾਲੀ ਰਾਈਫਲਸ ਜਿਹੜੀਆਂ ਨੇ ਉਹਨਾਂ ਨੂੰ ਯੂਜ਼ ਨਹੀਂ ਕਰਾਂਗੇ। ਓਕੇ, ਤੇ ਉਹ ਤੋਂ ਬਾਅਦ ਇੱਕ ਪਰਸਨੈਲਿਟੀ ਉਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ ਹੈ, ਉਹ ਹੈਗੇ ਨੇ ਮੰਗਲ ਪਾਂਡੇ। ਓਕੇ, ਜਿਨ੍ਹਾਂ ਨੇ ਆमिर खान ਦੀ ਮੂਵੀ ਦੇਖੀ ਹੋਗੀ ਮੰਗਲ ਪਾਂਡੇ, ਉਹਨਾਂ ਨੂੰ ਤਾਂ ਇਸ ਚੀਜ਼ ਬਾਰੇ ਪਤਾ ਹੀ ਹੋਗਾ। ਮੰਗਲ ਪਾਂਡੇ ਜੋ ਸੀ ਉਹ ਕਿਹੜੀ नेटिव इन्फेंट्री ਨੂੰ ਬਿਲੋਂਗ ਕਰਦੇ ਸੀ? 34th। ਇਹਦੇ ਉੱਪਰ ਕੁਐਸਚਨ ਆ ਜਾਂਦਾ ਹੈ, 34th नेटिव इन्फेंट्री ਨੂੰ ਬਿਲੋਂਗ ਕਰਦੇ ਸੀ। ਓਕੇ, ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਇੱਕ ਹੋਰ ਬੜਾ ਕਦਮ ਉਠਾਇਆ। ਇਹਨਾਂ ਨੇ ਜਿਹੜਾ ਸਰਜੈਂਟ ਮੇਜਰ ਸੀ ਬਰਕਪੁਰ ਯੂਨਿਟ ਦਾ, ਉਹਨੂੰ ਹੀ ਮਾਰਤਾ ਸੀ। ਕਿਹਨੂੰ ਮਾਰਿਆ ਸੀ ਇਹਨਾਂ ਨੇ? ਸਰਜੈਂਟ ਮੇਜਰ ਕਾਦਾ ऑफ ਬਰਕਪੁਰ यूनिट। ओके, ਉਹਨੂੰ ਮਾਰਤਾ ਸੀ ਤਾਂ ਫਿਰ ਇਹਨਾਂ ਨੂੰ ਫਾਂਸੀ ਹੋ ਗਈ ਸੀ ਮੰਗਲ ਪਾਂਡੇ ਜੀ ਨੂੰ। ਉਹ ਤੋਂ ਬਾਅਦ ਨੈਕਸਟ ਜਿਹੜੀ ਤੁਸੀਂ ਚੀਜ਼ ਯਾਦ ਰੱਖਣੀ ਹੈ ਕਿ 1857 ਦਾ ਜਿਹੜਾ ਰਿਵੋਲਟ ਹੈ ਉਹ ਕਦੋਂ ਹੋਇਆ, ਉਹਦੀ ਸ਼ੁਰੂਆਤ ਕਦੋਂ ਹੋਈ? ਸੌਰੀ, ਸੋ ਜਿਹੜੀ 1857 ਦਾ ਰਿਵੋਲਟ ਹੈ ਉਹਦੀ ਸ਼ੁਰੂਆਤ ਹੋਈ 10 ਮਈ 1857। ਜਿਹੜੇ ਦੋ ਇਨਸੀਡੈਂਟ ਦੱਸਿਆ ਤਾਂ ਪਹਿਲਾਂ ਹੀ ਹੋ ਚੁੱਕੇ ਸੀ, ਬਟ ਬ੍ਰਿਟਿਸ਼ਰਸ ਨੇ ਇਹਨਾਂ ਨੂੰ ਸੁਪਰੈਸ ਕਰਤਾ ਸੀ। ਬਟ 10 ਮਈ 1857 ਨੂੰ ਕੀ ਹੋਇਆ? 3rd ਨੇਟਿਵ ਕਾਵਰੀ, ठीक है, ਇਹਦੇ ਜਿਹੜੇ ਸਿਪਾਹੀ ਸੀ ਇਹਨਾਂ ਨੇ ਵੀ ਰਿਫਿਊਜ਼ ਕਰਤਾ ਕਿ ਅਸੀਂ ਵੀ ਇਨਫੀਲਡ ਰਾਈਫਲਸ ਨੂੰ ਯੂਜ਼ ਨਹੀਂ ਕਰਾਂਗੇ। ਪਰ ਉਹੀ ਅੰਗਰੇਜ਼ ਨਹੀਂ ਮੰਨੇ। ਦੇਖੋ 10th ਮਈ 1857 ਦੇ ਵਿੱਚ ਜਿਹੜੇ 3rd ਨੇਟਿਵ ਕਾਵਰੀ ਸੀ ਉਹ ਮੇਰਠ ਤੋਂ ਦਿੱਲੀ ਗਏ ਤੇ ਦਿੱਲੀ ਜਾ ਕੇ ਉਹਨਾਂ ਨੇ ਇੱਕ ਰਾਜਾ, ਠੀਕ ਹੈ, ਲਾਸਟ ਮੁਗਲ ਐਮਪਰਰ ਬਹਾਦੁਰ शाह टू, नाम तो ही बहादुर है, वैसे बहादुर बिल्कुल नहीं सी, डरपोक सी, ठीक है। बहादुर शाह टू ਨੂੰ अपना लीडर मान लिया ਤੇ बहादुर शाह टू ਨੂੰ ही ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨੂੰ ਸਿੰਬੋਲਿਕ लीडर भी बोलिया जाता है कि सिर्फ दिखाने दा ऑफ 1857 रिवोल्ट, ठीक है। देखो हुण जे जदों आर्मी ਇਹਦੇ ਕੋਲ आ गई दिल्ली ਦੇ ਵਿੱਚ, ठीक है, ਤਾਂ ਇਹਨੂੰ डर ਦੇ मारे एक्सेप्ट करना पिया कि ठीक है मैं ਤੁਹਾਡਾ लीडर बनन ਨੂੰ ਤਿਆਰ है, क्योंकि ਇਹਦੇ ਕੋਲ ਹੋਰ ਕੋਈ ऑप्शन ही नहीं सी, ठीक है। सो ਇਹਨੂੰ एक्सेप्ट करना ਪਿਆ ਸੀ। वैसे बिल्कुल डरपोक सी, ऐ नहीं सी कि लीडर ਸੀਗਾ कि ठीक है ਇਹਨੂੰ बड़ी खुशी हुई कि ਮੈਨੂੰ लीडर बनाता, उल्टा ही डरपोक ਬੰਦਾ ਸੀ, ਇਹ याद रखना है, ठीक है। सो ਇਹਨੂੰ लीडर बनाता ਤੇ ਇਹਨੂੰ ਜਦੋਂ लीडर बनाया ਉਸ ਤੋਂ ਬਾਅਦ ਹੀ ਇੰਡੀਆ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜੀ ਰਿਵੋਲਟ ਸੀ 1857 ਦੀ ਉਹ ਸਟਾਰਟ ਹੋ ਗਈ। ਹੁਣ ਤੁਸੀਂ ਇਹ ਵੀ ਯਾਦ ਰੱਖਣਾ ਕਿ ਕਿਹੜੀ ਜਗ੍ਹਾ ਤੋਂ ਕੌਣ ਲੜ ਰਿਹਾ ਸੀ ਲੀਡਰ ਬਣ ਕੇ 1857 ਦੇ ਰਿਵੋਲਟ ਦੇ ਵਿੱਚ। ਉਹ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦੀ ਹਾਂ ਬਹਾਦਰ ਸ਼ਾਹ 2 ਦੇ ਬਾਰੇ। ਬਹਾਦਰ ਸ਼ਾਹ 2 ਨੂੰ ਜਦੋਂ ਹੁਣ 1857 ਦਾ ਜਿਹੜਾ ਰਿਵੋਲਟ ਜਦੋਂ ਹੋਇਆ, ਠੀਕ ਹੈ, ਇੰਨਾ ਜ਼ਿਆਦਾ ਸਕਸੈਸਫੁਲ ਨਹੀਂ ਰਿਹਾ ਸੀ। ਤਾਂ ਉਹ ਤੋਂ ਬਾਅਦ ਤੁਸੀਂ ਇਹ ਯਾਦ ਰੱਖਣਾ ਹੈ ਕਿ ਜਿਹੜਾ ਆਹ ਬਹਾਦਰ ਸ਼ਾਹ 2 ਸੀ ਅੰਗਰੇਜ਼ਾਂ ਨੇ ਇਹਨੂੰ ਕਿੱਥੇ ਭੇਜਤਾ ਸੀ? ਡਿਪੋਰਟ ਕਰਤਾ ਸੀ ਇਹਨੂੰ ਰੰਗੂਨ ਦੇ ਵਿੱਚ, ਰੰਗੂਨ, ਓਕੇ, ਤੇ ਜਿੱਥੇ ਇਹਦੀ ਡੈਥ ਹੋ ਗਈ ਸੀ ਫਾਈਨਲੀ, ਓਕੇ। ਇਹਦੇ ਬਾਰੇ ਬਸ ਇੰਨਾ ਕੀ ਯਾਦ ਰੱਖਣਾ ਹੈ। ਇਹਨੇ ਕੀ ਕੀਤਾ ਜਦੋਂ ਇਹਨੂੰ ਲੀਡਰ ਬਣਾਇਆ? ਇਹਦਾ ਇੱਕ ਜਨਰਲ ਸੀ, ਉਹਦਾ ਨਾਮ ਯਾਦ ਰੱਖਣਾ ਹੈ। ਮੇਨ ਕੰਮ ਉਹਨੇ ਹੀ ਕੀਤਾ ਸੀ। ਜਨਰਲ ਕੌਣ ਸੀ ਇਹਦਾ? ਭਗਤ ਖਾਨ, ठीक है। मेन ਜਿਹੜਾ ਕੰਮ ਸੀ ਲੜਨ ਦਾ ਇਹਨੇ ਕੀਤਾ ਸੀ ਭਗਤ ਖਾਨ ਨੇ, ठीक है। ਦਿੱਲੀ ਤੋਂ ਅਗਰ ਪੁੱਛਿਆ ਜਾਵੇ ਕਿ ਮੇਨ ਲੀਡਰ ਕੌਣ ਸੀ, ਸੋ ਭਗਤ ਖਾਨ ਸੀ। ਵੈਸੇ ਸਿੰਬੋਲਿਕ ਲੀਡਰ ਜਿਹੜਾ ਸੀ ਉਹ ਬਹਾਦਰ ਸ਼ਾਹ 2 ਸੀ, ਪਰ ਅਗਰ ਪੇਪਰ 'ਚ ਆ ਜੇ ਕਿ ਲੀਡਰ ਕੌਣ ਹੈ 1857 ਰਿਵੋਲਟ ਦਾ ਤਾਂ ਤੁਸੀਂ ਬਹਾਦਰ ਸ਼ਾਹ 2 ਨੂੰ ਹੀ ਲਿਖ ਕੇ ਆਓਗੇ, ਓਕੇ। ਸੋ ਹੁਣ ਦੇਖਦੇ ਹਾਂ ਕਿ ਅਲੱਗ-ਅਲੱਗ ਪਲੇਸਿਸ ਤੋਂ ਕੌਣ-ਕੌਣ ਲੀਡਰਸ ਬਣੇ, ਓਕੇ। ਸੋ ਸੈਂਟਰ ਆਫ ਰਿਵੋਲਟ देखते हैं, ये टेबल बना लियो। सेंटर ऑफ रिवोल्ट एंड लीडर्स, ओके। सो सब तो पहला जिमें कि दिल्ली की गल करिए, दिल्ली तो मैं थोड़ा दस दिता बहादुर शाह 2 ते जनरल भगत खान, ओके। नैक्सट हैगा अपने कोल कानपुर। कानपुर तो कौन सी? नाना साहिब दसिया सी ना इन्हां बारे,
ਪੈਨਸ਼ਨ ਦੇਣ ਤੋਂ ਮਨਾ ਕਰਤਾ ਸੀ, ਸੋ ਇਹ ਵੀ ਲੜੇ। ਹਰ ਇੱਕ ਦੀ ਆਪਣੀ ਵਜ੍ਹਾ ਸੀ 1857 ਦੇ ਰਿਵੋਲਟ 'ਚ ਲੜਨ ਦੇ ਲਈ। ਸੋ ਕਾਨਪੁਰ ਤੋਂ ਨਾਨਾ ਸਾਹਿਬ ਲੜੇ। ਉਹ ਤੋਂ ਬਾਅਦ ਨੈਕਸਟ ਨੇਮ ਯਾਦ ਰੱਖਣਾ ਤਾਂਤੀਆ ਟੋਪੇ, ਤਾਂਤੀਆ ਟੋਪੇ। ਤੇ ਥਰਡ ਹੈ ਅਜ਼ੀਮੁल्ला ਖਾਨ। ਇਹ ਤਿੰਨੋਂ ਕਿੱਥੋਂ ਲੜੇ ਸੀ? ਕਾਨਪੁਰ 'ਚ। ਨੈਕਸਟ ਉਸ ਤੋਂ ਬਾਅਦ ਹੈ ਝਾਂਸੀ। ਝਾਂਸੀ ਤੋਂ ਕੌਣ ਲੜੀ? ਰਾਣੀ ਲక్ష్ਮੀ ਬਾਈ। ਇੱਕ ਇਹਨਾਂ ਦਾ ਨਾ ਤੁਸੀਂ ਸਲੋਗਨ ਵੀ ਯਾਦ ਰੱਖਣਾ ਹੈ ਰਾਣੀ ਲక్ష్ਮੀ ਬਾਈ ਜੀ ਦਾ। ਜਦੋਂ ਲੜ ਰਹੇ ਸੀ ਇਹਨਾਂ ਨੇ ਕੀ ਕਿਹਾ ਸੀ? मैं अपनी झांसी नहीं दूंगी, मैं अपनी झांसी नहीं दूंगी। ओके, सो नेक्स्ट फोर्थ है लखनऊ। लखनऊ तो कौन सी? बेगम हजरत महल। ओके, ते उन्हां दा सन दा की नाम सी? बिरजिश कादिर। ओके, नेक्स्ट फिफ्थ है फिजाबाद। फिजाबाद तो कौन लड़े? मौलवी। इन्हों उपर ना डायरैक्ट क्वेश्चन आ जाते हैं, ठीक है, थोनों दिखाई है मैं, जिमें कि मौलवी अहमदुल्ला। ओके, नेक्स्ट सिक्स्थ है बरेली। बरेली तो कौन लड़े? खान बहादुर खान। ओके, इत्थे BA आऊगा, खान बहादुर खान। एंड सेवंथ ते लास्ट है बिहार। बिहार या फिर कई बार पेपर च राहा भी लिखा होंगे, राहा बिहार च है। उत्थों कौन लड़े सी? मेन नाम कुंवर सिंह। कुंवर सिंह। ओके, जेड़े कुंवर सिंह सी ਉਹ ਕੀ ਸੀ? ਉਹ ਬੇਸਿਕਲੀ ਜ਼ਮੀਨਦਾਰ ਸੀ ਜਗਦੀਸ਼ਪੁਰ ਦੇ, ਜ਼ਮੀਨਦਾਰ ਆਫ ਜਗਦੀਸ਼ਪੁਰ। ओके, ਇਹ ਮੇਨ ਜਿਹੜੇ ਲੀਡਰਸ ਇਹਨਾਂ ਦਾ ਨਾਮ ਯਾਦ ਰੱਖਣਾ ਹੈ। ਤੇ ਇੱਕ ਹੋਰ ਇੰਪੋਰਟੈਂਟ ਗੱਲ ਰਿਵੋਲਟ ਆਫ 1857 ਦੇ ਬਾਰੇ। ਦੇਖੋ ਜਿਹੜੀ ਰਿਵੋਲਟ ਆਫ 1857 ਹੈ ਉਹ ਸਟਾਰਟ ਤਾਂ ਬਹੁਤ ਹੀ ਜ਼ਿਆਦਾ ਕਹਿੰਦੇ ਨਾ ਜੋਸ਼ ਨਾਲ ਹੋਈ ਸੀ, ਪਰ ਇਹਦਾ ਐਂਡ ਬਹੁਤ ਜ਼ਿਆਦਾ ਬੁਰਾ ਹੋਇਆ ਸੀ। ਅੰਗਰੇਜ਼ ਜਿਹੜੇ ਸੀ ਉਹ ਫਾਈਨਲੀ ਸਕਸੈਸਫੁਲ ਹੋ ਗਏ ਸੀ ਇਹਨੂੰ ਦਬਾਉਣ ਦੇ ਵਿੱਚ, ਰਿਵੋਲਟ ਆਫ 1857 ਨੂੰ। ਉਹਦੇ ਕਾਰਨ ਕੀ ਹੈ? ਇੱਕ ਤਾਂ ਕੁਝ ਇੰਡੀਅਨ ਰਾਜੇ ਜਿਵੇਂ ਸਿੰਧਿਆਜ਼ ਹੋ ਗਏ, ਹੋਲਕਾਰਸ ਹੋ ਗਏ, ਉਹੀ ਅੰਗਰੇਜ਼ਾਂ ਦਾ ਸਾਥ ਦੇ ਰਹੇ ਸੀ, ਠੀਕ ਹੈ। ਸੈਕਿੰਡ ਕੀ ਹੈ ਕਿ ਇੰਡੀਅਨਸ ਦੇ ਵਿੱਚ ਯੂਨਿਟੀ ਨਹੀਂ ਸੀ। ਸੋ ਆਪਾਂ ਪੜ੍ਹਦੇ ਹਾਂ ਕਿ ਫੇਲੀਅਰ ਕਿਉਂ ਹੋਇਆ 1857 ਰਿਵੋਲਟ ਦਾ। देखो, एक तो की है कि कुछ इंडियन रूलर्स ਦੇ साथ दे रहे सी, ठीक है, अंग्रेजों का, जिमें होलकार्स, सिंधियाज। उस तो बाद नैक्सट की है कि यूनिटी नहीं सी इंडियंस दे विच लड़न दे लई, ठीक है। थर्ड की है कि कॉमन कॉज नहीं सी, कोई किसी कारण लई लड़ रहा सी, कोई किसी कारण दे लई लड़ रहा सी। कॉमन कॉज नहीं सीगा कि एवें नहीं सी सब नूं कि अंग्रेज़ां नूं बाहर कड्ढना है भी तां लड़ रहे हैं। हर एक दा अपना अपना कारण सी लड़न दा। ओके, ते मेन एक होर गल की है कि जिहड़ा रिवोल्ट सी वो नॉर्दर्न इंडिया तक ही सीमित रह गया। साउथ इंडिया तक इहदी अग जिहड़ी है कह सकदे इन्नी नहीं पहुंच पाई। ओके, सो तां करके भी ये एज अ फेलियर साबित होया। उस तो बाद एक होर इंपॉर्टेंट गल जिहड़ी तुसीं पढ़नी है, एक होर इंपॉर्टेंट गल सॉरी जिहड़ी तुहानूं पता होनी चाहिए वो ये है कि जदों रिवोल्ट होया 1857 दा, ओके, उस टाइम ते गवर्नर जनरल कौन सी? गवर्नर जनरल। सो गवर्नर जनरल सी लॉर्ड कैनिंग। लॉर्ड
कैनिंग। ओके, ये याद रखना है, इंपॉर्टेंट है। कनिंग वर्ड सुनिया होगा ना, कनिंग क्या हुंदा है, जिहड़ा बंदा मकार होवे, ठीक है, वधिया बंदा नहीं हुंदा। सो कनिंग तो कैनिंग याद रख लो कि लॉर्ड जिहड़ा कैनिंग से उस टाइम ते गवर्नर जनरल से जो 1857 का रिवोल्ट होया। हुण लॉर्ड कनिंग या लॉर्ड कैनिंग के बारे थोड़े होर चीज़ां पढ़ लैंदे हैं जिहदे उपर पेपर च क्वेश्चन आ जाते हैं। सो वो भी देख लो, लॉर्ड कैनिंग। ओके, देखो सब तो पहला लॉर्ड कैनिंग दे टाइम ते मेन गल की हुई, रिवोल्ट होया 1857 का। देखो नैक्सट ये बारे की गल याद रखनी है कि जो लॉर्ड कैनिंग है, हुण तुहानूं शायद पता होवे कि जो 1857 का रिवोल्ट होया सी, उस तो बाद ब्रिटिशर्स नूं थोड़ी जी अकल आ गई सी ते इन्होंने गवर्नमेंट ऑफ इंडिया एक्ट 1858 नूं पास किया सी, जिहदे विच की सी कि ईस्ट इंडिया कंपनी का जिहड़ा रूल है इंडिया तो उन्होंने खत्म कर दिता गया ते फिर ब्रिटिश क्राउन ने डायरैक्ट रूल करना स्टार्ट करता सी 1858 का जिहड़ा एक्ट जो पास होया उस तो बाद। ओके, सो जिहड़ा लॉर्ड कैनिंग सी उहदे बारे की गल्लां याद रखनियां ने कि यह लास्ट गवर्नर जनरल सी इंडिया दा। ओके, एंड फर्स्ट वाइसराय। ओके, सो पूछ लेंगे हैं कि फर्स्ट वाइसराय कौन सी, लॉर्ड कैनिंग। ओके, और तो बाद लॉर्ड कैनिंग दे टाइम ते डॉक्ट्रिन ऑफ लैप्स नूं वापस लिता गया। इनू इंट्रोड्यूस किने करवाया सी, लॉर्ड डलहौजी ने करवाया सी ना, ते डॉक्ट्रिन ऑफ लैप्स नूं विड्रॉ किदे टाइम ते किया गया, इस दे टाइम ते। उस तो बाद जिहड़ा इंडियन पीनल कोड है, इंडियन पीनल कोड वो भी इहदे टाइम ते ही पास किया गया सी। इनकम टैक्स दी इंट्रोडक्शन भी इहदे टाइम ते ही की गई सी। ओके, सब तो पहला इहदे टाइम ते ही इनकम टैक्स की इंट्रोडक्शन की गई। नेक्स्ट पॉइंट की याद रखनी है कि इंडियन हाई कोर्ट एक्ट 1861 वो भी इहदे टाइम ते ही पास होया सी ते इहदे तहत ही जिहड़े हाई कोर्ट सी ओह बने सी। ओके, और तो बाद एक अपने कोल इंडियन काउंसिल एक्ट है, इंडियन काउंसिल एक्ट 1861 ते एक मैं तुहानूं दस ही चुकी है गवर्नमेंट ऑफ इंडिया एक्ट 1858। ये दोनों एक्ट्स भी इहदे टाइम ते ही पास होए सी। ठीक है, ये वाला एक्ट बहुत ज़्यादा इंपॉर्टेंट है, इन्हों डिटेल्स जरूर पढ़ियो। ओके, सो ये सी कुछ मेन गल्लां जो कि तुहानूं लॉर्ड कैनिंग के टाइम तो पता होनियां चाहिदियां ने। सो हुण आपां क्वेश्चंस देखते हैं जल्दी जल्दी। देखो, विच वन ऑफ द फॉलोइंग वॉज द मेन कॉज ऑफ सिपॉय म्यूटिनी और द इंडियन रेबिलियन ऑफ 1857? केड़ी चीज सी? ग्रीस्ड कार्टिलेजेस। ओके, एक क्वेश्चन छुट गया अपना जिहड़ा सब तो फर्स्ट सी वो ये वाला है। Who among the following were related with the mutiny of 1857? भक्त खान का नाम पढ़िया ना। सो जो भक्त खान से पढ़िया सी ना, जनरल सी बहादुर शाह ने इन्हें जनरल बनाया सी। सो दिल्ली तो लड़िया सी ना ये। उस तो बाद कुंवर सिंह बिहार या राहा। नैक्सट नाना साहेब कितों लड़े सी, सब तो पहला दसा सी कानपुर तो। ओके, सो आंसर क्या होगा? 1 भी है, 3 भी है, 4 भी है। सो आंसर इज सी। नेक्स्ट क्वेश्चन देखते हैं। कुंवर सिंह वॉज a लीडर ऑफ then revolt of 1857 in which of the following states? कुंवर सिंह कितों लड़िया? इन्नी बार देखो रिपीट हो गया, बिहार तो। उस तो बाद नेक्स्ट है लीडर्स ते सेंटर्स ऑफ रिवोल्ट। नाना साहेब कितों लड़े सी? कानपुर तो लड़े सी ना नाना साहेब, वही कि उन्होंने पेंशन देने तो इनकार करता सी। उस तो बाद कुंवर सिंह राहा या फिर बिहार, है ना, बिहार च रहा उतों। मौलवी अहमदुल्ला फाजियाबाद। नेक्स्ट इज खान बहादुर बरेली। ठीक है, सो इसका आंसर क्या होगा? डी। सो डी इज आवर आंसर। ओके, सो अज के लैक्चर च आपां ने 1857 के रिवोल्ट नूं बहुत ही अच्छे तरीके नाल डिस्कस किया,
ਜਿੱਥੋਂ ਵੀ ਤੁਸੀਂ ਸਟੱਡੀ ਕਰ ਰਹੇ ਹੋ ਜਿਹੜੀ ਵੀ ਬੁੱਕ ਚੋਂ, ਦੇਖੋ ਬੁੱਕ ਸਾਰੀਆਂ ਅੱਛੀਆਂ ਹੁੰਦੀਆਂ, ਹੁਣ ਹਿਸਟਰੀ ਹੈ, ਹਿਸਟਰੀ ਤੁਸੀਂ ਜਿੱਥੋਂ ਵੀ ਪੜੋਗੇ ਤੁਹਾਨੂੰ ਸੇਮ ਹੀ ਮਿਲੂਗੀ, ਠੀਕ ਹੈ। ਬੁੱਕਸ ਜਿਹੜੀ ਵੀ ਫੋਲੋ ਕਰ ਰਹੇ ਹੋ ਤੁਸੀਂ ਉਹਨੂੰ ਹੀ ਫੋਲੋ ਕਰੋ, ਕਿਉਂਕਿ ਲੈਕਚਰ 'ਚ ਵੀ ਮੈਂ ਕੋਸ਼ਿਸ਼ ਕਰਦੀ ਹਾਂ ਮੇਨ ਪੁਆਇੰਟ ਸਾਰੇ ਕਰਵਾ ਦਾਂ, ਜਸਟ ਇੱਕ ਵਾਰ ਰੀਡਿੰਗ ਲੈ ਲਿਆ ਕਰੋ ਤੇ ਨਾਲ ਹੀ ਤੁਹਾਨੂੰ ਸੈਟਿਸਫੈਕਸ਼ਨ ਰਹੇ ਕਿ ਹਾਂ ਅਸੀਂ ਆਪਣੇ ਵੱਲੋਂ ਇਹ ਵਾਲਾ ਟੌਪਿਕ ਕੰਪਲੀਟ ਕਰਤਾ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ, ਉਦੋਂ ਤੱਕ ਅੱਛੇ ਤਰੀਕੇ ਨਾਲ ਆਪਣੀ ਤਿਆਰੀ ਕਰਦੇ ਰਹੋ। ਥੈਂਕ ਯੂ ਸੋ ਮਚ।